ਇਹ ਨਾ ਹੋ ਕਿ ਘਰ ਵਿੱਚ ਮਾਂ ਪਿਓ ਦੀ ਕਦਰ ਨਾ ਕਰੋ, ਮਾਂ ਪਿਓ ਦੀ ਸੇਵਾ ਨਾ ਕਰੋ ਤੇ ਕਿਸੇ ਦਰਬਾਰ ਡੇਰੇ ਦੇ ਵਿੱਚ ਜਾ ਕੇ ਬਹੁਤ ਵੱਡੇ ਸੇਵਾਦਾਰ ਬਣ ਜਾਓ। ਤੇ ਮੇਰੀ ਇਹ ਬੇਨਤੀ ਹੈ ਸਭ ਨੂੰ ਕਿ ਤੁਸੀਂ ਮਾਂ ਪਿਓ ਦਾ ਪੂਰਾ ਸਤਿਕਾਰ ਕੀਤਾ ਕਰੋ ਤੇ ਮਾਂ ਦੀ ਇੱਜ਼ਤ ਸਨਮਾਨ ਕਰਿਆ ਕਰੋ। ਬਾਬਾ ਜੀ ਡੇਰੇ ਦਾ ਜਿਹੜਾ ਮਕਸਦ ਕੀ ਹੈ? ਡੇਰੇ ਦਾ ਮਕਸਦ ਹੈ ਸਮਾਜ ਦੀ ਸੇਵਾ ਕਰਨੀ। ਜਿਸ ਤਰ੍ਹਾਂ ਅੱਜ ਸਾਡੇ ਯੁਵਾ ਨਸ਼ਿਆਂ ਦੇ ਬਹੁਤ ਆਦੀ ਹੋ ਗਏ ਹਨ, ਜੋ ਮਾੜੇ ਕੰਮਾਂ ਦੇ ਵਿੱਚ ਪੈ ਗਏ ਨੇ, ਅਤੇ ਯੁਵਾਵਾਂ ਨੂੰ ਨਸ਼ੇ ਤੋਂ ਦੂਰ ਰਹਿਣ ਦੀ ਜਿਹੜਾ ਇੱਕ ਪ੍ਰੇਰਣਾ ਦਿੱਤੀ ਜਾਂਦੀ ਹੈ, ਉਹਨਾਂ ਨੂੰ ਉਪਦੇਸ਼ ਦਿੱਤਾ ਜਾਂਦਾ ਹੈ ਸਤਸੰਗ ਦੇ ਰਾਹੀਂ। ਇੱਕ ਬਾਬਾ ਜੀ ਜਦੋਂ ਪਾਕਿਸਤਾਨ ਵਿੱਚ ਅੰਗਰੇਜ਼ ਸ਼ਾਸਨ ਦੇ ਵੱਲੋਂ ਪ੍ਰੀਖਿਆ ਲਈ ਗਈ ਸੀ, ਕਹਿੰਦੇ ਲੰਗਰ ਨੂੰ ਲੈ ਕੇ ਪ੍ਰੀਖਿਆ ਲਈ ਗਈ ਸੀ ਕਿ ਇੱਥੇ ਲੰਗਰ ਕਿੰਨੀ ਕੁ ਸੰਗਤ ਨੂੰ ਛਕਾਇਆ ਜਾਂਦਾ ਹੈ। ਉਹਨਾਂ ਲੰਗਰ ਦੀ ਪ੍ਰੀਖਿਆ ਇਸ ਤਰ੍ਹਾਂ ਲਈ ਸੀ ਕਿ ਅੰਗਰੇਜ਼ ਸ਼ਾਸਨ ਸੀ, ਤਾਂ ਉਹਨਾਂ ਨੇ ਪ੍ਰੀਖਿਆ ਲੈਣ ਦੇ ਵਾਸਤੇ ਰਾਤ ਨੂੰ 12 ਵਜੇ ਅੰਗਰੇਜ਼ ਲੋਕ ਬਹੁਤ ਸਾਰੇ ਅੰਗਰੇਜ਼ ਆ ਗਏ ਅਤੇ ਉਹਨਾਂ ਨੇ ਕਿਹਾ ਕਿ ਲੰਗਰ ਖਾਣਾ ਹੈ, ਕਿ ਇਹ 24 ਘੰਟੇ ਚੱਲਦਾ ਵੀ ਹੈ ਕਿ ਐਵੇਂ ਕਰਦੇ ਨੇ। ਤਾਂ ਗੁਰਮੁਖ ਪਿਆਰਿਓ, ਉੱਥੇ ਜੋ ਸੇਵਕ ਸਨ ਉਹਨਾਂ ਨੇ ਦਾਲ ਫੁਲਕਾ ਇਸ ਤਰ੍ਹਾਂ ਬੜੀ ਸਤਿਕਾਰ ਦੇ ਨਾਲ, ਬੜੇ ਇੱਜ਼ਤ ਦੇ ਨਾਲ ਉਹਨਾਂ ਨੂੰ ਪੰਗਤ ਤੇ ਬਹਿ ਕੇ ਜਦੋਂ ਲੰਗਰ ਛਕਾਇਆ ਨਾ, ਤੇ ਉਹ ਬਾਗੋ ਬਾਗ ਤੇ ਨਿਹਾਲ ਹੋ ਗਏ। ਕਹਿੰਦੇ ਕਿ ਇਸ ਟਾਈਮ ਇਤਨਾ ਅੱਛਾ ਲੰਗਰ ਤੇ ਗਰਮ ਤੇ ਇਤਨਾ, ਉਹ ਬੜੇ ਹੈਰਾਨ ਹੋਏ ਕਿ ਵਾਕਿਆ ਬਾਬਾ ਭੂਮਣ ਸ਼ਾਹ ਮਹਾਰਾਜ ਜੀ ਦੀ ਬੜੀ ਇੱਥੇ ਅਪਾਰ ਕਿਰਪਾ ਹੈ। ਬਾਬਾ ਜੀ ਜਿਹੜਾ ਬਾਬਾ ਭੂਮਣ ਸ਼ਾਹ ਜੀ ਦਾ ਮੇਲਾ ਲੱਗਦਾ, ਮਹਾਨ ਮੇਲਾ ਲੱਗਦਾ ਸੰਗਰ ਵਿਖੇ, ਉਹ ਕਦੋਂ ਤੇ ਕਿਹੜੇ ਮਹੀਨੇ 'ਚ ਲੱਗਦਾ ਹੈ ਜੀ? ਬਾਬਾ ਭੂਮਣ ਸ਼ਾਹ ਜੀ ਦੀ ਬੜੀ ਅਪਾਰ ਕਿਰਪਾ ਸੰਗਰ ਸਾਦਾ ਦੇ ਵਿੱਚ ਵਰਸਦੀ ਹੈ। ਬਾਬਾ ਭੂਮਣ ਸ਼ਾਹ ਜੀ ਦਾ ਬਹੁਤ ਹੀ ਵੱਡਾ ਮੇਲਾ, ਬਾਬਾ ਜੀ ਦਾ ਮਹਾਪਰਿਨਿਰਮਾਣ ਦਿਵਸ, ਜੋ ਕਿ 13 ਪੋਹ ਵਾਲੇ ਦਿਨ ਲਗਾਇਆ ਜਾਂਦਾ ਹੈ, ਅਤੇ ਬਹੁਤ ਹੀ ਲੱਖ 2 ਲੱਖ 2.5 ਲੱਖ ਤੱਕ ਲੋਕ ਆ ਕੇ ਗੁਰੂ ਮਹਾਰਾਜ ਬਾਬਾ ਭੂਮਣ ਸ਼ਾਹ ਜੀ ਦੇ ਦਰਬਾਰ ਤੇ ਆ ਕੇ ਦਰਸ਼ਨ ਕਰਦੇ ਹਨ ਅਤੇ ਆਪਣੀਆਂ ਹਾਜ਼ਰੀਆਂ ਲਗਾਉਂਦੇ ਹਨ। ਸਵਾਗਤ ਹੈ ਤੁਹਾਡਾ ਰੀਅਲ ਫਲੇਵਰ ਨਿਊਜ਼ ਦੇ ਨਾਲ। ਮੈਂ ਤੁਹਾਡਾ ਆਪਣਾ ਸੰਦੀਪ ਕੰਬੋਜ। ਅੱਜ ਸਾਡੇ ਨਾਲ ਸਟੂਡੀਓ ਵਿੱਚ ਨੇ ਬਾਬਾ ਬ੍ਰਹਮਦਾਸ ਜੀ, ਜੋ ਕਿ ਸੰਗਰ ਡੇਰੇ ਦੇ ਬਾਬਾ ਭੂਮਣ ਸ਼ਾਹ ਡੇਰੇ ਵਿੱਚ ਗੱਦੀ ਤੇ ਬਿਰਾਜਮਾਨ ਨੇ। ਬਾਬਾ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਨਾਲ। ਬਹੁਤ ਧੰਨਵਾਦ, ਮਿਹਰਬਾਨੀ। ਬਾਬਾ ਜੀ ਸਭ ਤੋਂ ਪਹਿਲਾਂ ਡੇਰੇ ਦੀ ਜਿਹੜੀ ਸ਼ੁਰੂਆਤ ਹੈ ਇਹ ਕਦੋਂ ਤੇ ਕਿੱਥੋਂ ਹੋਈ ਸੀ? ਸਭ ਤੋਂ ਪਹਿਲੇ ਮੈਂ ਰੀਅਲ ਫਲੇਵਰ ਨਿਊਜ਼ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ, ਜੋ ਕਿ ਸਾਨੂੰ ਇੱਥੇ ਮੌਕਾ ਦਿੱਤਾ ਹੈ। ਸਭ ਨੂੰ ਮੇਰੀ ਰਾਮ ਰਾਮ, ਸਤਿ ਸ੍ਰੀ ਅਕਾਲ। ਬੋਲੋ ਬਾਬਾ ਭੂਮਣ ਸ਼ਾਹ ਮਹਾਰਾਜ ਕੀ ਜੈ। ਗੁਰੂ ਮਹਾਰਾਜ ਬਾਬਾ ਭੂਮਣ ਸ਼ਾਹ ਜੀ ਦਾ ਪਾਵਨ ਪਵਿੱਤਰ ਦਰਬਾਰ ਬਹੁਤ ਹੀ ਕਮ ਸੇ ਕਮ 350 ਸਾਲ ਪਹਿਲੇ ਗੁਰੂ ਮਹਾਰਾਜ ਬਾਬਾ ਭੂਮਣ ਸ਼ਾਹ ਜੀ ਦਾ ਇਸ ਧਰਤੀ ਤੇ ਆਉਣਾ ਹੋਇਆ, ਅਤੇ ਪਿੱਛੇ ਪਾਕਿਸਤਾਨ ਦੇ ਵਿੱਚ ਪਿੰਡ ਬਹਲੋਲਪੁਰ ਯਾਨੀ ਕਿ ਉਹਨਾਂ ਦਾ ਜਨਮ ਹੋਇਆ ਸੀ, ਅਤੇ ਉੱਥੇ ਹੀ ਉਹਨਾਂ ਆਪਣਾ ਬਚਪਨ ਅਵਸਥਾ ਦਾ ਸਮਾਂ ਬਤੀਤ ਕੀਤਾ, ਕਿਉਂਕਿ ਬਚਪਨ ਅਵਸਥਾ ਵਿੱਚ ਵੀ ਉਹ ਭਜਨ ਬੰਦਗੀ, ਸੇਵਾ ਸਿਮਰਨ, ਜਿਸ ਤਰ੍ਹਾਂ ਗਊਆਂ ਦੀ ਸੇਵਾ ਕਰਦੇ ਸਨ ਅਤੇ ਭਜਨ ਬੰਦਗੀ ਦੇ ਵਿੱਚ ਹੀ ਆਪਣਾ ਮਨ ਲਗਾ ਕੇ ਉਸ ਪਰਮਾਤਮਾ ਨੂੰ ਯਾਦ ਕਰਦੇ ਸਨ। ਅਤੇ ਉਪਰੰਤ ਉਹਨਾਂ ਨੇ ਜਾ ਕੇ ਬਾਬਾ ਪ੍ਰੀਤਮ ਦਾਸ ਜੀ ਮਹਾਰਾਜ ਕੋਲੋਂ ਨਾਮ ਦੀ ਦੀਕਸ਼ਾ ਲਈ ਅਤੇ ਕੁਤਬਗੋੜ ਪਿੰਡ ਦੇ ਵਿੱਚ ਡੇਰਾ ਲਾ ਲਿਆ ਸੀ। ਇਹ ਪਾਕਿਸਤਾਨ ਵਿੱਚ ਹੀ? ਹਾਂਜੀ, ਇਹ ਪਾਕਿਸਤਾਨ ਵਿੱਚ, ਯਾਨੀ ਕਿ ਇਹ ਜ਼ਿਲ੍ਹਾ ਦੀਪਾਲਪੁਰ, ਅਤੇ ਪਿੰਡ ਹੁਣ ਇਸ ਟਾਈਮ ਜੋ ਹੈ ਉਸ ਪਿੰਡ ਦਾ ਨਾਮ ਹੀ ਬਾਬਾ ਭੂਮਣ ਸ਼ਾਹ ਹੈ। ਅਤੇ ਉੱਥੇ ਹੀ ਉਹਨਾਂ ਨੇ ਗੁਰੂ ਮਹਾਰਾਜ ਬਾਬਾ ਭੂਮਣ ਸ਼ਾਹ ਜੀ ਨੇ ਲੰਗਰ ਦੀ ਪਰੰਪਰਾ ਸ਼ੁਰੂ ਕੀਤੀ, ਸਮਾਜ ਦੀ ਸੇਵਾ, ਲੋਕਾਂ ਨੂੰ ਨਾਮ ਦੇ ਨਾਲ ਜੋੜਿਆ, ਅਤੇ ਗਊ ਦੀ ਸੇਵਾ, ਅਤੇ ਬਹੁਤ ਸਮੇਂ ਤੱਕ ਉਹਨਾਂ ਨੇ ਸਮਾਜ ਨੂੰ ਉਸ ਪਰਮਾਤਮਾ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਰਹੇ। ਉਪਰੰਤ ਆਪ ਸਭ ਨੂੰ ਪਤਾ ਹੈ ਕਿ ਜਿਸ ਸਮੇਂ ਭਾਰਤ ਪਾਕਿਸਤਾਨ ਦਾ ਬਟਵਾਰਾ ਹੋਇਆ, ਉਸ ਸਮੇਂ ਉਹੀ ਡੇਰਾ ਜਿਹੜਾ ਸੀ ਉਹ ਇੱਥੇ ਸਿਰਸਾ ਜ਼ਿਲ੍ਹਾ ਦੇ ਵਿੱਚ ਪਿੰਡ ਸੰਗਰ ਸਾਦਾ ਦੇ ਵਿੱਚ ਆ ਕੇ ਸਥਾਪਿਤ ਕੀਤਾ ਗਿਆ, ਅਤੇ ਉਸ ਜੋ ਉੱਥੇ ਜੋ ਸਮਾਜਿਕ ਕੰਮ ਕੀਤੇ ਜਾਂਦੇ ਸਨ, ਧਾਰਮਿਕ ਕੰਮ ਕੀਤੇ ਜਾਂਦੇ ਸਨ, ਉਹੀ ਇੱਥੇ ਇਸ ਗੁਰੂ ਮਹਾਰਾਜ ਬਾਬਾ ਭੂਮਣ ਸ਼ਾਹ ਦੇ ਪਾਵਨ ਪਵਿੱਤਰ ਦਰਬਾਰ ਸੰਗਰ ਸਾਦਾ ਦੇ ਵਿੱਚ ਵੀ ਅੱਜ ਉਹ ਕੰਮ ਕੀਤੇ ਜਾਂਦੇ ਹਨ। ਬਾਬਾ ਜੀ ਡੇਰੇ ਦਾ ਜਿਹੜਾ ਮਕਸਦ ਕੀ ਹੈ,
ਹਾਂਜੀ, ਡੇਰੇ ਦਾ ਮਕਸਦ ਹੈ ਸਮਾਜ ਦੀ ਸੇਵਾ ਕਰਨੀ, ਸਮਾਜ ਵਿੱਚ ਭਟਕੇ ਹੋਏ ਜਿਹੜੇ ਲੋਕ ਹਨ ਉਹਨਾਂ ਨੂੰ ਸਿੱਧੇ ਰਾਹ 'ਤੇ ਪਾਉਣਾ, ਅਤੇ ਉਸ ਦੇ ਨਾਲ ਨਾਲ ਜਿਸ ਤਰ੍ਹਾਂ ਡੇਰੇ ਦਾ ਮਕਸਦ ਹੈ ਗਊ ਮਾਤਾ ਦੀ ਸੇਵਾ ਕਰਨੀ। ਜਿਸ ਤਰ੍ਹਾਂ ਅੱਜ ਸਾਡੇ ਯੁਵਾ ਨਸ਼ਿਆਂ ਦੇ ਬਹੁਤ ਆਦੀ ਹੋ ਗਏ ਹਨ, ਜੋ ਮਾੜੇ ਕੰਮਾਂ ਦੇ ਵਿੱਚ ਪੈ ਗਏ ਨੇ, ਆਪਣੀਆਂ ਜਵਾਨੀਆਂ ਬਰਬਾਦ ਕਰ ਰਹੇ ਨੇ, ਜ਼ਿੰਦਗਾਨੀਆਂ ਬਰਬਾਦ ਕਰ ਰਹੇ ਨੇ, ਪੈਸਾ ਬਰਬਾਦ ਕਰ ਰਹੇ ਹਨ, ਅਤੇ ਯੁਵਾਵਾਂ ਨੂੰ ਨਸ਼ੇ ਤੋਂ ਦੂਰ ਰਹਿਣ ਦੀ ਜਿਹੜਾ ਇੱਕ ਪ੍ਰੇਰਣਾ ਦਿੱਤੀ ਜਾਂਦੀ ਹੈ, ਉਹਨਾਂ ਨੂੰ ਉਪਦੇਸ਼ ਦਿੱਤਾ ਜਾਂਦਾ ਹੈ ਸਤਸੰਗ ਦੇ ਰਾਹੀਂ, ਜਾਂ ਕੋਈ ਜ਼ਿਆਦਾ ਵੀ ਹੈ ਤਾਂ ਉੱਥੇ ਗੁਰੂ ਮਹਾਰਾਜ ਬਾਬਾ ਬੁੰਮਣ ਸ਼ਾਹ ਦਰਬਾਰ ਦੇ ਵਿੱਚ ਬੁੱਧਵਾਰ ਨੂੰ ਆ ਜਾਂਦਾ ਹੈ ਅਤੇ ਉਹਨੂੰ ਸਮਝਾਇਆ ਜਾਂਦਾ ਹੈ ਕਿ ਨਸ਼ਾ ਇੱਕ ਬਹੁਤ ਮਾੜੀ ਬਿਮਾਰੀ ਹੈ ਅਤੇ ਜੀਵਨ ਬਰਬਾਦ ਕਰ ਦਿੰਦੀ ਹੈ। ਇਸ ਵਾਸਤੇ ਨਸ਼ਿਆਂ ਤੋਂ ਬਚ ਕੇ ਰਿਹਾ ਕਰੋ, ਕਿਉਂਕਿ ਨਸ਼ਾ ਬਰਬਾਦੀ ਦਾ ਹੀ ਇੱਕ ਕਾਰਨ ਹੈ। ਪੈਸਾ ਬਰਬਾਦ ਹੁੰਦਾ ਹੈ, ਘਰਾਂ ਦੇ ਵਿੱਚ ਲੜਾਈਆਂ ਪੈਂਦੀਆਂ ਨੇ, ਝਗੜੇ ਹੋ ਜਾਂਦੇ ਨੇ, ਰਿਸ਼ਤੇ ਟੁੱਟ ਜਾਂਦੇ ਨੇ। ਇਸ ਵਾਸਤੇ ਯੁਵਾਵਾਂ ਨੂੰ ਨਸ਼ੇ ਤੋਂ ਦੂਰ ਰਹਿਣ 'ਤੇ ਵੀ ਬਹੁਤ ਵੱਡਾ ਸਾਡਾ ਇੱਕ ਮਕਸਦ ਹੈ ਜੋ ਉਪਦੇਸ਼ ਦਿੱਤਾ ਜਾਂਦਾ ਹੈ, ਅਤੇ ਉਸ ਦੇ ਨਾਲ ਨਾਲ ਮਾਂ ਭੈਣ ਬੇਟੀ ਦੀ ਇੱਜ਼ਤ ਕਰਨੀ ਚਾਹੀਦੀ ਹੈ। ਗੁਰੂ ਦਰਬਾਰ ਦੇ ਬਾਰੇ ਉਪਦੇਸ਼ ਦਿੱਤਾ ਜਾਂਦਾ ਹੈ, ਅਤੇ ਇਸ ਦੇ ਨਾਲ ਇੱਕ ਬਹੁਤ ਹੀ ਵੱਡਾ ਜਿਹੜਾ ਗੁਰੂ ਮਹਾਰਾਜ ਬਾਬਾ ਬੁੰਮਣ ਸ਼ਾਹ ਜੀ ਦੇ ਪਾਵਨ ਪਵਿੱਤਰ ਦਰਬਾਰ ਦੇ ਤਰਫੋਂ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਜਿਹੜਾ ਕਿ ज़्यादा ਤੋਂ ज़्यादा ਵ੍ਰਿਕਸ਼ ਲਗਾਣੇ, पेड़ पौधे ज़्यादा तो ज़्यादा लगाइए, क्योंकि अज आप देख रहे हैं पर्यावरण बहुत दूषित हो चुका है। कितनी इस दे विच बुरी गैसां इस दे विच चल रही ने जिहड़ियां कि साडे असी सवास लैंदे हां, साडे अंदर जांदियां हैं, जिस कारण साडे अंदर कई तरह दी बीमारियां, अज पता नहीं कितनियां बीमारियां बंदे नूं तरह तरह दी बीमारियां लगियां हैं। की कारण है? क्योंकि अज पर्यावरण दूषित है। इस वास्ते ਅਸੀਂ ਇਹ ਹੀ ਪ੍ਰੇਰਣਾ ਦਿੰਦੇ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਆਪਣੇ ਨਗਰਾਂ ਦੇ ਵਿੱਚ ਪੇੜ ਪੌਦੇ ਲਗਾਓ, ਆਪਣੇ ਖੇਤਾਂ ਦੇ ਵਿੱਚ ਪੇੜ ਪੌਦੇ ਲਗਾਓ, ਕਿਉਂਕਿ ਇਹ ਪੇੜ ਪੌਦੇ ਅਗਰ ਹੋਣਗੇ, ਪੇੜ ਪੌਦੇ ਜ਼ਿਆਦਾ ਤੋਂ ਜ਼ਿਆਦਾ ਹੋਣਗੇ, ਆਕਸੀਜਨ ਦੀ ਮਾਤਰਾ ਜ਼ਿਆਦਾ ਹੋਵੇਗੀ, पर्यावरण शुद्ध ਹੋਵੇਗਾ। ਅਤੇ ਇਹ ਯਾਦ ਰੱਖਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਦੀ ਆਪਾਂ ਪੇੜ ਪੌਦੇ ਪੁੱਟਦੇ ਹੀ ਰਹਿ ਜਾਈਏ ਅਤੇ ਇਹ ਨਾ ਹੋਵੇ ਕਿ ਸਾਡੇ ਬੱਚਿਆਂ ਦੀ ਉਮਰਾਂ ਵੀ ਕਮ ਹੋ ਜਾਣੀਆਂ ਨੇ। ਇਸ ਵਾਸਤੇ ਸਾਨੂੰ ਪੇੜ ਪੌਦੇ ਜ਼ਿਆਦਾ ਲਗਾਵਾਂਗੇ ਤੇ ਅਸੀਂ ਬਿਮਾਰੀਆਂ ਤੋਂ ਤਾਂ ਹੀ ਬਚਾਂਗੇ। ਬਾਬਾ ਜੀ, ਇੱਕ ਤੁਸੀਂ ਗੱਦੀ ਤੇ ਕਦੋਂ ਬਿਰਾਜਮਾਨ ਹੋਏ ਤੇ ਆਪਣੇ ਬਾਰੇ ਦੱਸੋ। ਜਦੋਂ ਤੁਸੀਂ ਗੱਦੀ ਤੇ ਡੇਰੇ ਵਿੱਚ ਪ੍ਰਵੇਸ਼ ਹੋਏ ਤਾਂ ਉਸ ਤੋਂ ਬਾਅਦ ਤੁਹਾਨੂੰ ਗੱਦੀ ਮਿਲੀ? ਹਾਂਜੀ, ਮੈਂ ਮੇਰੇ ਮਾਤਾ ਪਿਤਾ ਨੇ ਮੈਨੂੰ 5 ਪਾਸ ਕਰਾ ਕੇ ਇੱਥੇ ਗੁਰੂ ਮਹਾਰਾਜ ਬਾਬਾ ਬੁੰਮਣ ਸ਼ਾਹ ਦੇ ਦਰਬਾਰ 'ਤੇ, ਕਿਉਂਕਿ ਦਾਨ ਤਾਂ ਮੈਂ ਬਚਪਨ ਅਵਸਥਾ ਦੇ ਵਿੱਚ ਹੀ ਕੀਤਾ ਗਿਆ ਸੀ ਕਿ ਕਿਉਂਕਿ ਮੌਕੇ ਦੇ ਜਿਹੜੇ ਸੰਤ ਸਨ ਬਾਬਾ ਹਿਰਨੰਦ ਮਹਾਰਾਜ ਜੀ, ਉਹ ਕਹਿੰਦੇ ਵੀ ਚਲੋ ਇਸ ਨੂੰ 5 ਪੜ੍ਹਾ ਲਓ ਅਤੇ ਫਿਰ ਉਸ ਤੋਂ ਬਾਅਦ ਤੁਸੀਂ ਸਾਡੇ ਕੋਲ ਛੱਡ ਜਾਣਾ, ਫਿਰ ਅੱਗੇ ਅਸੀਂ ਪੜ੍ਹਾ ਲਵਾਂਗੇ। ਅਤੇ 5ਵੀਂ ਪਾਸ ਕਰਕੇ ਮੈਂ ਗੁਰੂ ਮਹਾਰਾਜ ਬਾਬਾ ਬੁੰਮਣ ਸ਼ਾਹ ਜੀ ਦੇ ਇਸ ਪਾਵਨ ਪਵਿੱਤਰ ਦਰਬਾਰ ਦੇ ਵਿੱਚ ਮੇਰੇ ਮਾਤਾ ਪਿਤਾ ਮੈਨੂੰ ਛੱਡ ਗਏ, ਅਤੇ ਇੱਥੇ ਛੋਟੀ ਅਵਸਥਾ ਦੇ ਵਿੱਚ ਹੀ ਗੁਰੂ ਦਰਬਾਰ ਦੇ ਵਿੱਚ ਝਾੜੂ ਲਗਾਉਣਾ, ਪੋਚੇ ਲਗਾਉਣੇ, ਗੁਰੂ ਦਰਬਾਰ ਦੇ ਵਿੱਚ ਆਰਤੀ ਦੇ ਵਿੱਚ ਸ਼ਾਮਲ ਹੋਣਾ, ਪੂਜਾ ਪਾਠ ਦੇ ਵਿੱਚ ਸ਼ਾਮਲ ਹੋਣਾ, ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਕਰਨੀ, ਪੜ੍ਹਨਾ, ਅਤੇ ਗੁਰੂ ਮਹਾਰਾਜ ਬਾਬਾ ਬੁੰਮਣ ਸ਼ਾਹ ਜੀ ਦਾ ਜੋ ਸਤੰਭ ਸਾਹਿਬ ਹੈ ਉਸ ਦੇ ਜਾ ਕੇ ਮੱਥਾ ਟੇਕਣਾ, ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੱਗੇ ਸਵੇਰ ਸ਼ਾਮ ਜਾ ਕੇ ਮੱਥਾ ਟੇਕਣਾ, ਅਰਦਾਸ ਬੇਨਤੀ ਕਰਨੀ ਕਿ ਐ ਪਰਮ ਪਿਤਾ ਪਰਮਾਤਮਾ ਇਸੇ ਕੰਮੀ ਲਗਾਏ ਰੱਖੀ, ਸੱਚ ਦੇ ਮਾਰਗ 'ਤੇ ਹੀ ਚੱਲਦੇ ਰਹੀਏ ਅਤੇ ਸੱਚ ਦੇ ਮਾਰਗ ਤੋਂ ਕਦੀ ਭਟਕ ਨਾ ਜਾਈਏ, ਐਸੀ ਕਿਰਪਾ ਬਣਾਈ ਰੱਖੀ। ਅਤੇ ਇਸ ਦੇ ਨਾਲ ਨਾਲ ਲੰਗਰ ਦੀ ਸੇਵਾ ਕਰਨੀ, ਝਾੜੂ ਲਗਾਉਣਾ, ਗਊਆਂ ਦੀ ਸੇਵਾ ਕਰਨੀ। ਇਸੇ ਤਰ੍ਹਾਂ ਹੀ ਗੁਰਮੁਖ ਪਿਆਰਿਓ ਬਚਪਨ ਅਵਸਥਾ ਬੀਤਾ, ਅੱਛੇ ਕੁਝ ਸਮਾਂ ਪੜ੍ਹਾਈ ਕੀਤੀ, ਉਪਰੰਤ ਸੇਵਾ ਵਿੱਚ ਜ਼ਿਆਦਾ ਰੁਚੀ ਹੋਣ ਕਰਕੇ ਪੜ੍ਹਾਈ ਵੀ ਛੱਡਣੀ ਪਈ, ਅਤੇ 2003 ਦੇ ਵਿੱਚ ਇਹ ਉਹਨਾਂ ਸੰਗਤਾਂ ਨੇ, ਸ਼ਰਧਾਲੂਆਂ ਨੇ ਗੁਰੂ ਮਹਾਰਾਜ ਬਾਬਾ ਬੁੰਮਣ ਸ਼ਾਹ ਜੀ ਦੀ ਆਸ਼ੀਰਵਾਦ ਦੇ ਨਾਲ ਇਹ ਇੱਕ ਮੈਨੂੰ ਇਸ ਗੱਦੀ ਨਸ਼ੀਨ ਕੀਤਾ ਗਿਆ, ਬਾਬਾ ਬੁੰਮਣ ਸ਼ਾਹ ਮਹਾਰਾਜ ਜੀ ਦੀ ਗੱਦੀ 'ਤੇ ਵਿਰਾਜਮਾਨ ਕੀਤਾ ਗਿਆ। ਅਤੇ ਉਦੋਂ ਤੋਂ ਲੈ ਕੇ ਅੱਜ ਹੀ ਬਾਬਾ ਬੁੰਮਣ ਸ਼ਾਹ ਜੀ ਦੀ ਕਿਰਪਾ ਹੈ, ਉਹਨਾਂ ਦੀ ਓਟ ਆਸਰਾ ਹੈ, ਉਹਨਾਂ ਦੇ ਚਰਨਾਂ ਦਾ ਆਸਰਾ ਹੈ ਕਿ ਅਸੀਂ ਇਸ ਗੁਰੂ ਦਰਬਾਰ ਦੇ ਵਿੱਚ ਸੱਚੇ ਮਨੋਂ ਸੇਵਾ ਕਰ ਰਹੇ ਹਾਂ, ਅਤੇ ਇਹੀ ਅਰਦਾਸ ਕਰਦੇ ਹਾਂ ਕਿ ਪਰਮ ਪਿਤਾ ਪਰਮਾਤਮਾ ਬਾਬਾ ਬੁੰਮਣ ਸ਼ਾਹ ਮਹਾਰਾਜ ਜੀਓ ਚਰਨਾਂ ਨਾਲ ਲਗਾਈ ਰੱਖਣਾ ਅਤੇ ਸੱਚੇ ਮਨੋਂ ਇਸ ਗੁਰੂ ਦਰਬਾਰ ਦੀ ਸੇਵਾ ਦੇ ਵਿੱਚ ਜੀਵਨ ਬਤੀਤ ਹੋ ਜਾਵੇ। ਬਾਬਾ ਜੀ, ਇੱਕ ਉਦਾਸੀਨਤਾ ਬਾਰੇ ਦੱਸੋ ਜੀ ਜਿਹੜੀ। ਹਾਂਜੀ, ਉਦਾਸੀਨ ਜੋ ਸੰਪਰਦਾਇ ਹੈ
ਉਹ ਬਹੁਤ ਪੁਰਾਤਨ ਸਮੇਂ ਤੋਂ ਚਲਾ ਆ ਰਿਹਾ ਹੈ। ਇਹ ਨਹੀਂ ਕਿ ਅੱਜ ਤੋਂ ਚਲਾ ਹੈ ਜਾਂ 100 ਸਾਲ ਪੁਰਾਣਾ ਹੈ ਜਾਂ 2 ਸਾਲ 100 ਸਾਲ ਜਾਂ 500 ਸਾਲ ਪੁਰਾਣਾ ਹੈ, ਨਹੀਂ, ਇਹ ਬਹੁਤ ਹੀ ਪੁਰਾਤਨ ਸਮੇਂ ਤੋਂ ਚਲਾ ਆ ਰਿਹਾ ਹੈ। ਕਿਉਂਕਿ ਬ੍ਰਹਮਾ ਦੇ ਜੋ 4 ਬੇਟੇ ਸਨ, ਸਨਕ, ਸਨੰਦਨ, ਸਨਾਤਨ ਅਤੇ ਸੰਤ ਕੁਮਾਰ, ਉਦੋਂ ਤੋਂ ਹੀ ਇਹ ਉਦਾਸੀਨ ਸੰਪਰਦਾਇ ਚੱਲਾ ਆ ਰਿਹਾ ਹੈ। ਕਿਉਂਕਿ ਸਨਕ, ਸਨੰਦਨ, ਸਨਾਤਨ, ਸੰਤ ਕੁਮਾਰ ਨੇ ਛੋਟੀ ਅਵਸਥਾ ਦੇ ਵਿੱਚ ਹੀ ਭਗਤੀ, ਪੂਜਾ ਪਾਠ ਉਸ ਪਰਮਾਤਮਾ ਨੂੰ ਪ੍ਰਾਪਤ ਕੀਤਾ ਸੀ ਅਤੇ ਵਰ ਮੰਗਿਆ ਸੀ ਕਿ ਸਾਡੀ ਅਵਸਥਾ 5 ਸਾਲ ਦੀ, ਇਸ ਤੋਂ ਜ਼ਿਆਦਾ ਸਾਡੀ ਅਵਸਥਾ ਨਾ ਹੋਵੇ। ਕਿਉਂਕਿ ਜ਼ਿਆਦੀ ਉਮਰ ਜਦੋਂ ਹੋ ਜਾਵੇਗੀ ਤੇ ਫਿਰ ਬੰਦੇ ਦੇ ਅੰਦਰ ਕਈ ਤਰ੍ਹਾਂ ਦੇ ਵਿਕਾਰ ਪੈਦਾ ਹੋ ਜਾਂਦੇ ਨੇ। ਇਸ ਵਾਸਤੇ ਬ੍ਰਹਮਾ ਤੋਂ ਉਹਨਾਂ ਨੇ ਆਸ਼ੀਰਵਾਦ ਪ੍ਰਾਪਤ ਕੀਤਾ ਸੀ, ਜੋ ਕਿ ਅੱਜ ਵੀ ਉਹ 5 ਸਾਲ ਦੇ ਇਸ ਸੰਸਾਰ ਦੇ ਵਿੱਚ ਸੰਸਾਰ ਤੋਂ ਓਹਲੇ ਹੋ ਕੇ ਉਹ ਵਿਚਰ ਰਹੇ ਹਨ। ਅਤੇ ਉਦੋਂ ਤੋਂ ਹੀ ਜੋ ਉਦਾਸੀਨ ਸੰਪਰਦਾਇ ਚਲਾ ਆ ਰਿਹਾ ਹੈ। ਅਤੇ ਬਾਬਾ ਸਿਰਚੰਦ ਮਹਾਰਾਜ ਜੀ, ਜੋ ਕਿ ਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਬਾਬਾ ਸਿਰਚੰਦ ਮਹਾਰਾਜ, ਜਿਨ੍ਹਾਂ ਦੀ ਅਪਾਰ ਕਿਰਪਾ ਦੇ ਨਾਲ ਬਾਬਾ ਬੂਮਨ ਸ਼ਾਹ ਮਹਾਰਾਜ ਜੀ ਤੇ ਆਸ਼ੀਰਵਾਦ ਉਹਨਾਂ ਦਾ ਬਹੁਤ ਆਸ਼ੀਰਵਾਦ ਰਿਹਾ ਹੈ। ਅਤੇ ਉਹਨਾਂ ਦੀ ਕਿਰਪਾ ਦੇ ਨਾਲ ਹੀ ਇਸ ਸੰਸਾਰ ਤੇ ਬਾਬਾ ਸਿਰਚੰਦ ਮਹਾਰਾਜ ਦੀ ਕਿਰਪਾ ਦੇ ਨਾਲ ਹੀ ਬਾਬਾ ਬੂਮਨ ਸ਼ਾਹ ਮਹਾਰਾਜ ਜੀ ਇਸ ਸੰਸਾਰ ਦੇ ਵਿੱਚ ਆਏ। ਤੇ ਬਾਬਾ ਸਿਰਚੰਦ ਮਹਾਰਾਜ ਨੇ ਉਦਾਸੀਨ ਸੰਪਰਦਾਇ ਦਾ ਪ੍ਰਚਾਰ ਪ੍ਰਸਾਰ ਇਸ ਸੰਸਾਰ ਦੇ ਵਿੱਚ ਕੀਤਾ, ਜੋ ਕਿ ਬਾਬਾ ਸਿਰਚੰਦ ਮਹਾਰਾਜ ਜੀ ਉਦਾਸੀਨ ਸੰਪਰਦਾਇ ਦੇ 165ਵੇਂ ਗੱਦੀ ਨਸ਼ੀਨ ਹਨ। ਅਤੇ ਬਾਬਾ ਸਿਰਚੰਦ ਮਹਾਰਾਜ ਜੀ ਬਹੁਤ ਹੀ ਉਹ ਤਾਕਤ ਦੇ ਮਾਲਕ, ਬਹੁਤ ਹੀ ਉਹ ਰਿੱਧੀਆਂ ਸਿੱਧੀਆਂ ਦੇ ਮਾਲਕ, ਜੋ ਕਿ ਉਹਨਾਂ ਦੀ ਅਪਾਰ ਕਿਰਪਾ ਦੇ ਨਾਲ ਉਹਨਾਂ ਨੇ ਇਸ ਸੰਸਾਰ ਦੇ ਲੋਕਾਂ ਨੂੰ, ਭਟਕੇ ਹੋਏ ਲੋਕਾਂ ਨੂੰ ਸਿੱਧੇ ਰਾਹ ਪਾ ਕੇ ਉਸ ਸੱਚ ਦੇ ਮਾਰਗ ਤੇ ਚਲਾਇਆ। ਇੱਕ ਬਾਬਾ ਜੀ, ਜਦੋਂ ਪਾਕਿਸਤਾਨ ਵਿੱਚ ਅੰਗਰੇਜ਼ ਸ਼ਾਸਨ ਦੇ ਵੱਲੋਂ ਪ੍ਰੀਖਿਆ ਲਈ ਗਈ ਸੀ, ਕਹਿੰਦੇ ਲੰਗਰ ਨੂੰ ਲੈ ਕੇ ਪ੍ਰੀਖਿਆ ਲਈ ਗਈ ਸੀ ਕਿ ਇੱਥੇ ਲੰਗਰ ਕਿੰਨੀ ਕੁ ਸੰਗਤ ਨੂੰ ਛਕਾਇਆ ਜਾਂਦਾ ਹੈ। ਉਹਨਾਂ ਲੰਗਰ ਦੀ ਪ੍ਰੀਖਿਆ ਇਸ ਤਰ੍ਹਾਂ ਲਈ ਸੀ ਕਿ ਅੰਗਰੇਜ਼ ਸ਼ਾਸਨ ਸੀ ਅਤੇ ਉਹ ਕਹਿੰਦੇ ਸਨ ਕਿ ਇਹ ਲੰਗਰ ਕਿਵੇਂ ਪੂਰਾ ਕਰਦੇ ਹਨ। ਇਹ ਕਹਿੰਦੇ ਨੇ 24 ਘੰਟੇ ਲੰਗਰ ਬਾਬਾ ਬੂਮਨ ਸ਼ਾਹ ਮਹਾਰਾਜ ਜੀ ਦਾ ਚੱਲਦਾ ਹੈ। ਤਾਂ ਉਹਨਾਂ ਨੇ ਪ੍ਰੀਖਿਆ ਲੈਣ ਦੇ ਵਾਸਤੇ ਰਾਤ ਨੂੰ 12 ਵਜੇ ਅੰਗਰੇਜ਼ ਲੋਕ, ਬਹੁਤ ਸਾਰੇ ਅੰਗਰੇਜ਼ ਆ ਗਏ ਅਤੇ ਉਹਨਾਂ ਨੇ ਕਿਹਾ ਕਿ ਲੰਗਰ ਖਾਣਾ ਹੈ, ਕਿ ਇਹ 24 ਘੰਟੇ ਚੱਲਦਾ ਵੀ ਹੈ ਕਿ ਐਵੇਂ ਕਰਦੇ ਨੇ। ਉਹਨਾਂ ਕਿਹਾ ਵੀ ਲੰਗਰ ਛਕਣਾ ਹੈ। ਗੁਰੂ ਮਹਾਰਾਜ ਬਾਬਾ ਬੂਮਨ ਸ਼ਾਹ ਦਰਬਾਰ ਦੇ ਵਿੱਚ, ਪਾਕਿਸਤਾਨ ਦੇ ਵਿੱਚ, ਕੁਤਬਕੋਟ ਦੇ ਵਿੱਚ, ਜੋ ਕਿ ਅੱਜ ਉਸ ਪਿੰਡ ਦਾ ਨਾਮ ਬਾਬਾ ਬੂਮਨ ਸ਼ਾਹ ਹੈ। ਅਤੇ ਉੱਥੇ ਆ ਕੇ ਉਹਨਾਂ ਨੇ ਲੰਗਰ ਖਾਣ ਦੀ ਮੰਗ ਕੀਤੀ ਕਿ ਅਸੀਂ ਲੰਗਰ ਖਾਣਾ ਹੈ। ਤਾਂ ਗੁਰਮੁਖ ਪਿਆਰਿਓ, ਉੱਥੇ ਜੋ ਸੇਵਕ ਸਨ ਉਹਨਾਂ ਨੇ ਦਾਲ ਫੁਲਕਾ ਇਸ ਤਰ੍ਹਾਂ ਬੜੀ ਸਤਿਕਾਰ ਦੇ ਨਾਲ, ਬੜੇ ਇੱਜ਼ਤ ਦੇ ਨਾਲ ਉਹਨਾਂ ਨੂੰ ਪੰਗਤ ਦੇ ਬਹਿ ਕੇ ਜਦੋਂ ਲੰਗਰ ਛਕਾਇਆ ਨਾ, ਤੇ ਉਹ ਬਾਗੋ ਬਾਗ ਤੇ ਨਿਹਾਲ ਹੋ ਗਏ। ਕਹਿੰਦੇ ਕਿ ਇਸ ਟਾਈਮ ਇਤਨਾ ਅੱਛਾ ਲੰਗਰ ਤੇ ਗਰਮ ਤੇ ਇਤਨਾ, ਉਹ ਬੜੇ ਹੈਰਾਨ ਹੋਏ ਕਿ ਵਾਕਿਆ ਬਾਬਾ ਬੂਮਨ ਸ਼ਾਹ ਮਹਾਰਾਜ ਜੀ ਦੀ ਬੜੀ ਇੱਥੇ ਅਪਾਰ ਕਿਰਪਾ ਹੈ। ਅਤੇ ਉਹਨਾਂ ਨੇ ਸਾਰਾ ਜੋ ਕੋਈ ਜ਼ਮੀਨ ਦਾ ਠੇਕਾ ਮਾਫ ਕਰ ਦਿੱਤਾ ਸੀ ਅਤੇ ਗੁਰੂ ਦੇ ਚਰਨੀ ਲੱਗ ਗਏ ਸਨ। ਬਾਬਾ ਜੀ, ਜਿਹੜਾ ਬਾਬਾ ਭੂਮਨ ਸ਼ਾਹ ਜੀ ਦਾ ਮੇਲਾ ਲੱਗਦਾ, ਮਹਾਨ ਮੇਲਾ ਲੱਗਦਾ ਸੰਗਰ ਵਿਖੇ, ਉਹ ਕਦੋਂ ਤੇ ਕਿਹੜੇ ਮਹੀਨੇ 'ਚ ਲੱਗਦਾ ਜੀ? ਬਾਬਾ ਬੂਮਨ ਸ਼ਾਹ ਜੀ ਦੀ ਬੜੀ ਅਪਾਰ ਕਿਰਪਾ ਸੰਗਰ ਸਾਦਾ ਦੇ ਵਿੱਚ ਵਰਸਦੀ ਹੈ। ਬਾਬਾ ਬੂਮਨ ਸ਼ਾਹ ਜੀ ਦਾ ਬਹੁਤ ਹੀ ਵੱਡਾ ਮੇਲਾ, ਬਾਬਾ ਜੀ ਦਾ ਮਹਾਪਰਿਨਿਰਮਾਣ ਦਿਵਸ, ਜੋ ਕਿ 13 ਪੋਹ ਵਾਲੇ ਦਿਨ ਲਗਾਇਆ ਜਾਂਦਾ ਹੈ। ਅਤੇ ਬਹੁਤ ਹੀ ਲੱਖ, 2 ਲੱਖ, 2.5 ਲੱਖ ਤੱਕ ਲੋਕ ਆ ਕੇ ਗੁਰੂ ਮਹਾਰਾਜ ਬਾਬਾ ਬੂਮਨ ਸ਼ਾਹ ਜੀ ਦੇ ਦਰਬਾਰ 'ਤੇ ਆ ਕੇ ਦਰਸ਼ਨ ਕਰਦੇ ਹਨ ਅਤੇ ਆਪਣੀਆਂ ਹਾਜ਼ਰੀਆਂ ਲਗਾਉਂਦੇ ਹਨ। ਅਤੇ ਜਿਨ੍ਹਾਂ ਦੀਆਂ ਮੰਨਤਾਂ ਪੂਰੀਆਂ ਹੁੰਦੀਆਂ ਨੇ, ਕਿਉਂਕਿ ਬਾਬਾ ਜੀ ਦੀ ਕਿਰਪਾ ਦੇ ਨਾਲ ਦੁੱਧ ਅਤੇ ਪੁੱਤ ਦੀ ਬਹੁਤ ਹੀ ਅਪਾਰ ਕਿਰਪਾ ਬਾਬਾ ਬੂਮਨ ਸ਼ਾਹ ਮਹਾਰਾਜ ਜੀ ਦੀ ਹੁੰਦੀ ਹੈ। ਕਮੀ ਨਹੀਂ ਰਹਿਣ ਦਿੰਦਾ ਹੈ। ਲੋਕ ਦੂਰੋਂ ਦੂਰੋਂ ਰਿੜ ਕੇ ਆਉਂਦੇ ਨੇ, ਦੂਰੋਂ ਦੂਰੋਂ ਪੈਦਲ ਚੱਲ ਕੇ ਆਉਂਦੇ ਨੇ ਅਤੇ ਆ ਕੇ ਆਪਣੀਆਂ ਅਰਦਾਸਾਂ ਬੇਨਤੀਆਂ ਕਰਦੇ ਹਨ ਅਤੇ ਗੁਰੂ ਘਰ ਤੋਂ ਖੁਸ਼ੀਆਂ ਪ੍ਰਾਪਤ ਕਰਦੇ ਹਨ। ਅਤੇ ਇਹ ਬਹੁਤ ਵੱਡਾ ਮੇਲਾ, ਜੋ ਕਿ 25, 26, 27 ਦਸੰਬਰ ਨੂੰ ਲੱਗਦਾ ਹੈ। ਅਤੇ ਇਸ ਦੇ ਨਾਲ ਨਾਲ ਹਰ ਪੂਰਨਮਾਸ਼ੀ ਨੂੰ ਬਾਬਾ ਬੂਮਨ ਸ਼ਾਹ ਜੀ ਦੇ ਦਰਬਾਰ 'ਤੇ ਸਤਸੰਗ ਹੁੰਦਾ ਹੈ। ਬਾਬਾ ਜੀ ਦਾ ਜਨਮ ਦਿਨ 2 ਵਿਸਾਖ ਨੂੰ ਮਨਾਇਆ ਜਾਂਦਾ ਹੈ, 14 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ। ਉਸ ਸਮੇਂ ਵੀ ਬਹੁਤ ਸੰਗਤ ਹੁੰਦੀ ਹੈ। ਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਮਨਾਇਆ ਜਾਂਦਾ ਹੈ, ਬਹੁਤ ਸੰਗਤ ਹੁੰਦੀ ਹੈ। ਬਾਬਾ ਸਿਰਚੰਦ ਮਹਾਰਾਜ ਜੀ ਦਾ ਜਨਮ ਦਿਨ ਮਨਾਇਆ ਜਾਂਦਾ ਹੈ। ਇਸੇ ਤਰ੍ਹਾਂ ਹੀ ਸੰਤਾਂ ਮਹਾਂਪੁਰਸ਼ਾਂ ਦੇ ਜਨਮ ਦਿਨ ਗੁਰੂ ਮਹਾਰਾਜ ਬਾਬਾ ਬੂਮਨ ਸ਼ਾਹ ਜੀ ਦੇ ਦਰਬਾਰ 'ਤੇ ਮਨਾਏ ਜਾਂਦੇ ਹਨ। ਇੱਕ ਬਾਬਾ ਜੀ, ਇੱਕ ਤੁਹਾਡਾ ਸੁਨੇਹਾ, ਕਿਉਂਕਿ ਇੱਕ ਅੱਜ ਮਨੁੱਖ ਦਾ ਵੈਰੀ ਹੋਇਆ ਪਿਆ, ਤੇ ਇੱਕ ਲੋਕ ਜਿਹੜੇ ਹੈਗੇ ਆ ਦੇ ਮਾਂ ਪਿਓ ਨੂੰ ਪੂਜਦੇ ਨਹੀਂ ਤਾਂ ਡੇਰਿਆਂ ਦੇ ਵਿੱਚ ਜਾ ਕੇ ਮੱਥੇ ਟੇਕਦੇ ਆ, ਤੁਹਾਡਾ ਕੀ ਸੁਨੇਹਾ ਉਹਨਾਂ ਨੂੰ? ਅਸੀਂ ਖੁੱਲ੍ਹੇ ਤੌਰ 'ਤੇ ਸਤਸੰਗ ਦੇ ਵਿੱਚ ਵੀ ਇਹੀ ਉਪਦੇਸ਼ ਦਿੰਦੇ ਹਾਂ
ਕਿ ਤੁਸੀਂ ਅਗਰ ਮਾਂ ਪਿਓ ਦੀ ਸੇਵਾ ਨਹੀਂ ਕਰਨੀ ਨਾ, ਫਿਰ ਡੇਰੇ ਮੰਦਰਾਂ ਦੇ ਵਿੱਚ ਜਾਣ ਦੀ ਫਿਰ ਕੋਈ ਇੰਨੀ ਅੱਛੀ ਗੱਲ ਨਹੀਂ ਹੈ। ਕਿਉਂਕਿ ਦੱਸਦੀ ਹੈ ਬਾਣੀ, ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਵਰਾ। ਤੇ ਸਭ ਤੋਂ ਪਹਿਲੇ ਤਾਂ ਗੁਰੂ ਪਰਮਾਤਮਾ ਦਾ ਰੂਪ ਮਾਂ ਪਿਓ ਹੀ ਹੁੰਦੇ ਨੇ। ਇਸ ਵਾਸਤੇ ਸਭ ਨੂੰ ਮੈਂ ਅੱਗੇ ਵੀ ਇਹ ਉਪਦੇਸ਼ ਦਿੰਦਾ ਹਾਂ, ਸੰਦੇਸ਼ ਦਿੰਦਾ ਹਾਂ ਕਿ ਆਪਣੇ ਮਾਤਾ ਪਿਤਾ ਦੀ ਸੇਵਾ ਕਰਿਆ ਕਰੋ, ਮਾਤਾ ਪਿਤਾ ਦੀ ਸਾਂਭ ਸੰਭਾਲ ਕਰਿਆ ਕਰੋ, ਮਾਤਾ ਪਿਤਾ ਦਾ ਮਾਨ ਸਨਮਾਨ ਕਰਿਆ ਕਰੋ, ਉਹਨਾਂ ਦੀ ਇੱਜ਼ਤ ਕਰਿਆ ਕਰੋ ਅਤੇ ਆਪਣੇ ਘਰ ਦੇ ਕਾਰ ਵਿਹਾਰ ਕਰਿਆ ਕਰੋ। ਉਪਰੰਤ ਗੁਰੂ ਘਰ ਦੇ ਵਿੱਚ ਜ਼ਰੂਰ ਜਾਣਾ ਚਾਹੀਦਾ ਹੈ, ਕਿਉਂਕਿ ਅਧਿਆਤਮਿਕ ਦੀ ਗਿਆਨ ਦੀ ਪ੍ਰਾਪਤੀ ਹੁੰਦੀ ਹੈ, ਮਨ ਨੂੰ ਸ਼ਾਂਤੀ ਹੁੰਦੀ ਹੈ। ਗੁਰੂ ਘਰ ਦੇ ਵਿੱਚ ਵੀ ਜਾਓ, ਗੁਰਬਾਣੀ ਸਰਵਣ ਕਰੋ, ਗੁਰੂ ਦਰਬਾਰ ਦੇ ਵਿੱਚ ਜਾ ਕੇ ਸੇਵਾ ਕਰੋ। ਇਹ ਵੀ ਇਨਸਾਨ ਨੂੰ ਜ਼ਰੂਰ ਕਰਨੇ ਚਾਹੀਦੇ ਨੇ, ਪਰੰਤੂ ਸਭ ਤੋਂ ਪਹਿਲੇ ਇਹ ਨਾ ਹੋ ਕਿ ਘਰ ਵਿੱਚ ਮਾਂ ਪਿਓ ਦੀ ਕਦਰ ਨਾ ਕਰੋ, ਮਾਂ ਪਿਓ ਦੀ ਸੇਵਾ ਨਾ ਕਰੋ ਤੇ ਕਿਸੇ ਦਰਬਾਰ ਡੇਰੇ ਦੇ ਵਿੱਚ ਜਾ ਕੇ ਬਹੁਤ ਵੱਡੇ ਸੇਵਾਦਾਰ ਬਣ ਜਾਓ। ਤੇ ਮੇਰੀ ਇਹੀ ਬੇਨਤੀ ਹੈ ਸਭ ਨੂੰ, ਸਭ ਸੇਵਾਦਾਰਾਂ ਨੂੰ, ਕਿ ਤੁਸੀਂ ਮਾਂ ਪਿਓ ਦਾ ਪੂਰਾ ਸਤਿਕਾਰ ਕੀਤਾ ਕਰੋ ਤੇ ਮਾਨ ਇੱਜ਼ਤ ਸਨਮਾਨ ਕਰਿਆ ਕਰੋ, ਤਾਂ ਕਿ ਮਾਂ ਪਿਓ ਦਾ ਆਸ਼ੀਰਵਾਦ ਸਭ ਤੋਂ ਪਹਿਲੇ ਸਾਨੂੰ ਸਭ ਤੋਂ ਵੱਡਾ ਆਸ਼ੀਰਵਾਦ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ ਬਾਬਾ ਜੀ। ਜੈ ਬਾਬਾ ਬੁੰਮਣ ਸ਼ਾਹ ਜੀ। ਇਹ ਸੀ ਸਾਡੇ ਨਾਲ ਬਾਬਾ ਬ੍ਰਹਮਦਾਸ ਜੀ, ਜਿਨ੍ਹਾਂ ਨੇ ਮਾਨਵਤਾ ਨੂੰ ਇੱਕ ਵੱਡਾ ਸੁਨੇਹਾ ਦਿੱਤਾ ਕਿ ਮਾਂ ਪਿਓ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ। ਕੈਮਰਾਮੈਨ ਗੁਰਪ੍ਰੀਤ ਸਿੰਘ ਦੇ ਨਾਲ ਸੰਦੀਪ ਕੰਬੋਜ, ਚੰਡੀਗੜ੍ਹ ਤੋਂ।